वाहिगुरू। आहे गुरु जी, आहे गुरु, आहे गुरु जी, आहे गुरु। नमो सूरज सूरजे, नमो चंद्र चंद्रे, वाहे गुरु। यज्ञ अर्ज गुफ्तम पेश तो दरगोस कुन करतार हक्का कबीर करीम तू बेऐब परवरदिगार, बेऐब परवरदिगार। दुनिया मुकाम में फानी, तहकीक दिल दानी। दुनिया मुकाम में फानी, तहकीक दिल दानी। वाहे गुरु, वाहे गुरु। बाणी गुरु, गुरु है बाणी, विच बाणी अमृत सारे। गुर बाणी का है सेवक जन माने, परतख गुरु निस्तारे। तेरे कवन कवन गुण कह कह गावां, तू साहिब गुणी निदाना। तुमरी महिमा बरन ना साकों, तू ठाकुर ऊंच भगवान। जल ते थल कर, थल ते कुआ, कूप ते मेर करावे। धरती ते आकाश चढ़ावे, चढ़े आकाश गिरावे। धरती ते
ਚੜ੍ਹੈ ਆਕਾਸ ਗਿਰਾਵੈ, ਸੁਕਾ ਹੋਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਦ ਸਿਵੈ ਗੁਰੂ ਕੈ, ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਟ ਮਹੱਲਾ ਪੰਜਵਾ। ਆਪਣਾ ਜਨ ਆਪੇ ਆਪ ਉਧਾਰਿਓ, ਪਾਠ ਪਹਿਰ ਜਨ ਕੈ ਸੰਗ ਬਸਿਓ, ਮਨ ਤੇ ਨਾਹੀ ਵਿਸਾਰਿਓ ਰਹਾਓ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ, ਇੱਕ ਕੁਸ਼ਤੀ ਜਿਹਦਾ ਨਾਮ ਹੈ ਪ੍ਰੇਮਾ। ਘਰਦਿਆਂ ਨੇ, ਨਗਰ ਨਿਵਾਸੀਆਂ ਨੇ ਉਹਨੂੰ ਠੁਕਰਾਇਆ, ਦੁਰਕਾਰਿਆ। ਕਿਤੇ ਕੋਈ ਢੋਈ ਨਾ ਮਿਲੇ। ਉਹ ਪ੍ਰੇਮਾ ਕੁਸ਼ਤੀ ਸੱਚੇ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਸਰਾ ਤੱਕ ਕੇ ਗੁਰੂ ਦੇ ਘਰ ਵਿੱਚ ਪਹੁੰਚਦਾ ਹੈ। ਕੀ ਤੱਕਦਾ ਹੈ ਵੀ ਬੇਅੰਤ ਸੰਗਤਾਂ ਕੋਈ ਲੰਗਰ ਦੇ ਝੂਠੇ ਭਾਂਡੇ ਮਾਂਜਦੀਆਂ, ਕੋਈ ਲੰਗਰ ਵਰਤਾਉਂਦੀਆਂ, ਕੋਈ ਤਿਆਰ ਕਰਦੀਆਂ, ਤੇ ਕੁਝ ਸਿੱਖ ਲੱਕੜ ਦੀਆਂ ਪੰਡਾਂ ਆਪਣੇ ਸਿਰ ਤੇ ਢਾਉਂਦੇ, ਗੁਰੂ ਕੇ ਲੰਗਰਾਂ ਵਿੱਚ ਲਿਆ ਕੇ ਰੱਖਦੇ, ਤੇ ਕੁਝ ਝਾੜੂ ਦੇ ਰਹੀਆਂ ਨੇ ਸੰਗਤਾਂ, ਕੁਝ ਪੋਚੇ ਲਾ ਰਹੀਆਂ ਨੇ। ਪ੍ਰੇਮੇ ਨੇ ਕਿਹਾ ਵੀ ਮੈਂ ਕਿਹੜੀ ਸੇਵਾ ਕਰਾਂ, ਹੱਕ ਤੇ ਮੇਰਾ ਵੀ ਬਣਦਾ ਹੈ। ਗੁਰੂ ਘਰ ਦੇ ਵਿੱਚ ਮੈਂ ਆਇਆ ਹਾਂ, ਹੁਣ ਸੇਵਾ ਕਰਨ ਦਾ ਹੱਕ ਤੇ ਮੇਰਾ ਵੀ ਹੈ। ਪ੍ਰੇਮੇ ਨੇ ਝਾੜੂ ਚੁੱਕਿਆ ਤੇ ਜਿਨ੍ਹਾਂ ਰਾਹਾਂ ਤੋਂ ਗੁਰੂ ਕੇ ਸਿੱਖ, ਗੁਰੂ ਕੀਆਂ ਸੰਗਤਾਂ ਚੱਲ ਕੇ ਆਉਂਦੀਆਂ ਦਰਬਾਰ ਸਾਹਿਬ ਤੱਕ, ਉੱਥੋਂ ਤੱਕ ਪ੍ਰੇਮੇ ਨੇ ਝਾੜੂ ਮਾਰਨਾ। ਇੱਕ ਵਾਰੀ ਨਹੀਂ, ਅਨੇਕਾਂ ਵਾਰੀ ਦਿਹਾੜੀ ਵਿੱਚ। ਤੇ ਉਹ ਦੋ ਅੱਖਰ ਬੋਲਦਾ ਸੀ, ਗਿਆ ਕਛੋਟਾ ਲੱਥਾ ਮੇਰਾ। ਗਿਆ ਕਛੋਟਾ ਲੱਥਾ ਮੇਰਾ। ਸੰਗਤ ਸੁਣਦੀ ਬੜੀ ਹੈਰਾਨ ਹੁੰਦੀ ਵੀ ਨਾ ਤੇ ਇਹ ਜਪਜੀ ਦੀ ਬਾਣੀ ਹੈ, ਨਾ ਇਹ ਆਸਾ ਵਾਰ ਹੈ, ਅਖੀਰ ਇਹ ਪੜ੍ਹਦਾ ਕੀ ਹੈ। ਸੰਗਤ ਨੇ ਆਪਣਾ ਸ਼ੰਕਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਕੀਤਾ। ਸੰਗਤ ਕਹਿੰਦੀ ਮਹਾਰਾਜ ਆ ਕੱਚੀ ਬਾਣੀ ਪੜ੍ਹੀ ਜਾਂਦਾ, ਗਿਆ ਕਛੋਟਾ ਲੱਧਾ ਮੇਰਾ। ਤੇ ਸਤਿਗੁਰੂ ਕੱਚੀ ਬਾਣੀ ਪੜ੍ਹਨ ਦਾ ਤੇ ਹੁਕਮ ਹੀ ਨਹੀਂ, ਇਹਨੇ ਨਵਾਂ ਹੀ ਕੰਮ ਕੀਤਾ ਆ ਕੇ ਗੁਰੂ ਘਰ 'ਚ। ਸਾਹਿਬ ਕਹਿੰਦੇ ਭਾਈ ਉਹਨੂੰ ਪੁੱਛੋ ਇਹਦਾ ਮਤਲਬ ਕੀ ਹੈ, ਕਿਉਂ ਪੜ੍ਹਦਾ ਹੈ। ਸਿੱਖ ਗਏ, ਕਹਿਣ ਲੱਗੇ ਪ੍ਰੇਮਿਆ, ਕਹਿੰਦਾ ਹਾਂ। ਕਹਿੰਦੇ ਤੂੰ ਆ ਕੀ ਰੋਜ਼ ਪੜ੍ਹੀ ਜਾਂਦਾ, ਗਿਆ ਕਛੋਟਾ ਲੱਧਾ ਮੇਰਾ, ਤੂੰ ਵਾਹਿਗੁਰੂ ਵਾਹਿਗੁਰੂ ਕਰ।
ਤੂੰ ਮੂਲ ਮੰਤਰ ਜਪ, ਤੂੰ ਰੱਬ ਰੱਬ ਕਰ, ਸਾਰੀ ਦਿਹਾੜੀ ਇਹੀ ਰਟ ਲਾਉਣਾ। ਗਿਆ ਕਛੋਟਾ ਲੱਧਾ ਮੇਰਾ, ਗਿਆ ਕਛੋਟਾ ਲੱਧਾ ਮੇਰਾ। ਉਹ ਕਹਿਣ ਲੱਗਾ ਗੁਰੂ ਨਾਨਕ ਕੀ ਸੰਗਤ ਜੀ, ਇਹ ਮੇਰੀ ਭਾਵਨਾ ਹੈ। ਤੇ ਇਹਦਾ ਅਰਥ ਪਤਾ ਕੀ ਹੈ? ਮੇਰਾ ਸਰੀਰ ਰੂਪੀ ਕਛੋਟਾ ਜਿਹੜਾ ਸੀ, ਮੇਰਾ ਚਮੜਾ, ਉਹ ਗਿਆ, ਉਹ ਕੋੜ ਦੇ ਰੋਗ ਨਾਲ ਚਲਿਆ ਗਿਆ ਸੀ। ਪਰ ਹੁਣ ਮੈਨੂੰ ਲੱਭ ਪਿਆ, ਹੁਣ ਮੇਰਾ ਕੁਸ਼ਟ ਦਾ ਰੋਗ ਠੀਕ ਹੋਵੇਗਾ। ਹੁਣ ਇਹ ਮੇਰੀ ਚਮੜੀ ਜਿਹੜੀ ਗਲੀ ਹੋਈ ਹੈ ਕੋੜ ਕਰਕੇ, ਇਹ ਰਾਜ਼ੀ ਹੋਵੇਗੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ। ਸਤਿਗੁਰੂ ਦੇ ਦਰ ਘਰ ਦੀ ਸੇਵਾ ਮੈਂ ਕਮਾਉਣਾ ਤੇ ਗੁਰੂ ਮੇਰੇ ਤੇ ਤਰੁੱਠਣਗੇ। ਸੰਗਤ ਨੇ ਜਦੋਂ ਸੁਣਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਸਿੱਖ ਗਏ। ਕਹਿੰਦੇ ਮਹਾਰਾਜ ਉਹ ਤੇ ਬੜੀ ਗਹਿਰੀ ਬਾਤ ਕਰਦਾ ਹੈ, ਅਸੀਂ ਤੇ ਕੁਝ ਹੋਰੇ ਸਮਝੀ ਬੈਠੇ ਸਾਂ। ਸਤਿਗੁਰੂ ਕਹਿੰਦੇ ਕੀ ਗਹਿਰੀ ਬਾਤ ਭਾਈ ਸਿੱਖੋ, ਸਾਨੂੰ ਵੀ ਸਮਝਾਓ। ਆਖਿਆ ਮਹਾਰਾਜ ਉਹਦੇ ਤੇ ਵਿਸ਼ਵਾਸ ਬੜਾ ਪਰਪੱਕ ਹੈ, ਇਹ ਤੇ ਸਿੱਧਕੀ ਹੈ ਬਹੁਤ, ਤੇ ਸਿਰੜੀ ਹੈ। ਉਹ ਕਹਿੰਦਾ ਵੀ ਆ ਜਿਹੜਾ ਕੋੜ ਦਾ ਰੋਗ ਹੈ ਕਿਤੋਂ ਨਹੀਂ ਠੀਕ ਹੋਇਆ, ਇਹ ਹੁਣ ਸੱਚੇ ਸਤਿਗੁਰੂ ਸੱਚੇ ਵੈਦ ਦੇ ਘਰੋਂ ਮੈਂ ਬਾਹਲੋਂ ਮੰਗਾ ਤੇ ਮੈਨੂੰ ਲੱਭ ਪਿਆ। ਮੇਰਾ ਜਿਹੜਾ ਸਰੀਰ ਰੂਪੀ ਕੱਪੜਾ ਕਛੋਟਾ ਚਮੜਾ ਜਿਹੜਾ ਗਲਿਆ ਸੀ, ਉਹ ਹੁਣ ਲੱਭ ਪਿਆ। ਹੁਣ ਮੈਂ 9x9 ਮੰਗਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ। ਸਤਿਗੁਰੂ ਕਹਿੰਦੇ ਅੱਛਾ, ਇਸ ਪ੍ਰੇਮੇ ਦੀ ਭਾਵਨਾ, ਇਹਦਾ ਵਿਸ਼ਵਾਸ ਇੱਥੋਂ ਤੱਕ ਕਾਇਮ ਹੋ ਗਿਆ। ਮਹਾਰਾਜ ਕਹਿੰਦੇ ਭਾਈ ਸਿੱਖੋ ਜਾਓ, ਪ੍ਰੇਮੇ ਨੂੰ ਬੁਲਾ ਕੇ ਲਿਆਓ। ਸਤਿਵਚਨ ਮਹਾਰਾਜ ਸਿੱਖ ਗਏ। ਸਤਿਗੁਰੂ ਕਹਿੰਦੇ ਪ੍ਰੇਮਿਆ, ਪੂਰਨ ਵਿਸ਼ਵਾਸ ਜੇ ਤੈਨੂੰ ਵੀ ਤੇਰਾ ਚਮੜਾ ਜਿਹੜਾ ਗਲਿਆ ਸੀ ਉਹ ਠੀਕ ਹੋ ਜੂ? ਆਖਿਆ ਹਾਂ ਮਹਾਰਾਜ, ਤੁਹਾਡੇ ਘਰ ਵਿੱਚ ਕਿਆ ਘਟ ਹੈ? ਸਤਿਗੁਰੂ ਕਹਿੰਦੇ ਭਾਈ ਸਿੱਖੋ, ਸਾਧ ਸੰਗਤ ਜੀ, ਜਿਹੜੇ ਜਲ ਵਿੱਚ ਅਸਾਂ ਇਸ਼ਨਾਨ ਕਰਦੇ ਆਂ ਤੇ ਉਹ ਚਵੱਚੇ ਦੇ ਵਿੱਚ ਜਿਹੜਾ ਜਲ ਪਿਆ, ਇਹਨੂੰ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੱਜ ਕੇ ਲਿਆਉਣਾ। ਪਹਿਲਾਂ ਇਹਦਾ ਇਸ਼ਨਾਨ ਕਰਾਓ ਉਸੇ ਜਲ ਵਿੱਚ, ਫਿਰ ਚਾਦਰ ਦੇ ਨਾਲ ਪੈਰ ਦੇ ਅੰਗੂਠੇ ਤੋਂ ਲੈ ਕੇ ਪੂਰਾ ਇਹਦਾ ਸਿਰ ਕੱਜ ਕੇ ਲਿਆਏ। ਸਤਿਵਚਨ ਮਹਾਰਾਜ ਪ੍ਰੇਮੇ ਨੂੰ ਇਸ਼ਨਾਨ ਕਰਾਇਆ। ਉਹ ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ। ਉਹ ਗੁਰੂ ਦਾ ਜਾਪ ਜਪੇ, ਇਸ਼ਨਾਨ ਹੋਇਆ। ਸੰਗਤ ਨੇ ਚਿੱਟੀ ਚਾਦਰ ਲਈ, ਪ੍ਰੇਮੇ ਦੇ ਸਰੀਰ ਨੂੰ ਕੱਜ ਦਿੱਤਾ ਤੇ ਮਹਾਰਾਜ ਜੀ ਦੇ ਚਰਨਾਂ 'ਚ ਲੈ ਕੇ ਹਾਜ਼ਰ ਹੋਏ। ਕਹਿੰਦੇ ਲਓ ਮਹਾਰਾਜ, ਹੁਣ ਕੀ ਉਹ ਕੰਮ ਹੈ? ਸਤਿਗੁਰੂ ਕਹਿੰਦੇ ਹੁਣ ਸਤਿਨਾਮ ਵਾਹਿਗੁਰੂ ਕਹਿੰਦੇ ਜਾਓ ਤੇ ਇਹਦਾ ਜਿਹੜੀ ਚਾਦਰ ਹੈ ਇਹਦੇ ਸਿਰ ਤੋਂ ਸਰਕਾਉਂਦੇ ਜਾਓ, ਇਹਦੇ ਤਨ ਤੋਂ, ਇਹਦੇ ਮੁਖੜੇ ਤੋਂ। ਜਦੋਂ ਪ੍ਰੇਮੇ ਦੇ ਮੱਥੇ ਤੋਂ ਚਾਦਰ ਹੱਡੀ ਥੋੜੀ, ਉਹਦਾ ਤੇ ਸਰੀਰ ਕਾਇਆ ਉਹਦੀ ਸੋਨੇ ਵਰਗੀ, ਚਮਕ ਮਾਰੇ ਚਮੜਾ। ਸੰਗਤ ਕਹਿੰਦੀ ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ। ਤੇ ਜਦੋਂ ਪੂਰੇ ਮੂੰਹ ਤੋਂ ਚਾਦਰ ਸਰਕੀ ਗਲੇ ਤੱਕ, ਸੀਨੇ ਤੱਕ, ਤੇ ਸੰਗਤ ਵੇਖ ਕੇ ਹੈਰਾਨ ਸੀ ਵੀ ਇਹ ਕੋੜੀ ਥੋੜੀ ਹੈ, ਇਹ ਤੇ ਇੰਨਾ ਸੁਨੱਖਾ ਨੌਜਵਾਨ, ਇੰਨਾ ਸੋਹਣਾ ਸਰੂਪ ਇਹਦਾ।
ਗੁਰੂ ਅਮਰਦਾਸ ਕਹਿਣ ਲੱਗੇ, ਭਾਈ ਸਿੱਖੋ, ਹੁਣ ਪ੍ਰੇਮਾ ਕੁਸ਼ਤੀ ਨਹੀਂ ਰਿਹਾ, ਹੁਣ ਪ੍ਰੇਮਾ ਮੁਰਾਰੀ ਹੋ ਗਿਆ। ਮੁਰਾਰੀ ਵੇਖੋ, ਮੁਰਾਰੀ ਜੈਸਾ ਸਰੂਪ ਹੈ, ਉਨਾ ਹੀ ਸੋਹਣਾ ਜੇ ਕਿ ਪ੍ਰੇਮਾ। ਸੰਗਤ ਕਹਿੰਦੀ, ਹਾਂ ਮਹਾਰਾਜ, ਵਾਕਈ ਬੜਾ ਸੋਹਣਾ ਬਣ ਗਿਆ ਤੁਹਾਡਾ ਸਿਰ। ਤੇ ਮਹਾਰਾਜ ਕਹਿੰਦੇ, ਭਾਈ ਇਹ ਨੌਜਵਾਨ, ਇਹਦਾ ਵਿਆਹ ਵੀ ਕਰਨਾ ਹੈ ਆਪਾਂ, ਕੋਈ ਆਪਣੀ ਧੀ ਦਾ ਨਾਤਾ ਦਵੇਗਾ, ਇਹਦੇ ਨਾਲ ਵਿਆਹ ਕਰੇਗਾ ਆਪਣੀ ਧੀ ਦਾ। ਸੰਗਤ ਖਾਮੋਸ਼। ਸੰਗਤ ਵਿੱਚੋਂ ਇੱਕ ਸਿੱਖ ਭਾਈ ਸ਼ੀਹਾਂ ਉਪੜ ਹੋਏ, ਉਹਨਾਂ ਨੇ ਦੋਵੇਂ ਹੱਥ ਜੋੜੇ, ਕਹਿੰਦੇ, ਮਹਾਰਾਜ ਜੀ, ਮੇਰੀ ਧੀ ਵਿਆਹਣ ਯੋਗ ਹੈ ਤੇ ਗੁਰੂ ਦੇ ਬਚਨਾਂ ਤੋਂ ਮੈਂ ਆਪਣੀ ਧੀ ਕੁਰਬਾਨ ਕਰਦਾ, ਇਹਦੇ ਨਾਲ ਵਿਆਹ ਕਰ ਲਓਗਾ। ਸਤਿਗੁਰੂ ਕਹਿੰਦੇ, ਵਾਹ ਸ਼ੀਹੇ, ਭਾਈ ਤੂੰ ਖੱਟੀ ਖੱਟ ਗਿਆ। ਉਧਰ ਸੰਗਤ ਵਿੱਚੋਂ ਜਾ ਕੇ ਕਿਸੇ ਨੇ ਦੱਸ ਦਿੱਤਾ ਸ਼ੀਹੇ ਦੀ ਪਤਨੀ ਨੂੰ, ਉਹ ਗੁਰੂ ਕੇ ਲੰਗਰਾਂ ਦੇ ਵਿੱਚ ਆਟਾ ਗੁੰਨਦੀ ਸੀ। ਕਹਿਣ ਲੱਗੀ, ਭੈਣੇ, ਮਹਾਰਾਜ ਨੇ ਤੇਰੀ ਧੀ ਦਾ ਵਿਆਹ ਉਹ ਕੋੜੀ ਨਾਲ ਤੈਅ ਕਰਤਾ। ਉਹ ਭੱਜੀ ਆਈ ਤੇ ਆ ਕੇ ਸਤਿਗੁਰੂ ਨੂੰ ਕਹਿੰਦੀ, ਮਹਾਰਾਜ ਇਹ ਤੁਸਾਂ ਕਿਆ ਕੀਤਾ? ਸਤਿਗੁਰੂ ਕਹਿੰਦੇ, ਭਾਈ ਧੀਏ ਕੀ ਹੋਇਆ? ਆਖਿਆ, ਮਹਾਰਾਜ ਮੇਰੀ ਬੱਚੀ ਦਾ ਵਿਆਹ ਕੋੜੀ ਨਾਲ। ਸਤਿਗੁਰੂ ਕਹਿੰਦੇ, ਵੇਖ ਤੇ ਸਹੀ ਭਾਈ, ਇਹ ਕੋੜੀ ਥੋੜੀ ਰਿਹਾ, ਇਹਦੇ ਸਨਖਾ ਨੌਜਵਾਨ ਹੈ, ਵੇਖ ਸਾਹਮਣੇ ਖਲੋਤਾ ਹੈ, ਇਹ ਤੇ ਮੁਰਾਰੀ ਜੈਸਾ ਸੋਹਣਾ ਹੈ। ਮਹਾਰਾਜ ਕਹਿੰਦੇ, ਧੀਏ ਘਬਰਾ ਨਾ, ਦੁਨੀਆ ਵਿੱਚ ਪੂਜਾ ਹੋਏਗੀ ਤੇਰੀ ਧੀ ਦੀ। ਪਹਿਲਾਂ ਤੇਰੀ ਧੀ ਦਾ ਨਾਮ ਲੈਣਗੇ ਸਿੱਖ, ਤੇ ਫਿਰ ਇਹਦਾ ਨਾਮ ਆਵੇਗਾ ਮੱਥੋ ਮੁਰਾਰੀ। ਮੱਥੋ ਮੁਰਾਰੀ ਦੁਨੀਆ ਜਪੇਗੀ, ਪੰਥ ਵਿੱਚ ਨਾਮ ਰੋਸ਼ਨ ਹੋਵੇਗਾ ਤੁਹਾਡੀ ਕੁਲ ਦਾ। ਤੇਰੀ ਧੀ ਦਾ ਨਾਮ ਮੱਥੋ ਹੈ ਨਾ, ਤੇ ਤੇਰੀ ਧੀ ਦਾ ਨਾਮ ਸੰਗਤਾਂ ਦੀ ਰਸਨਾ ਤੇ ਪਹਿਲਾਂ ਆਵੇਗਾ। ਇਹਦਾ ਬਾਅਦ ਵਿੱਚ ਸਤਿਗੁਰੂ ਜੀ ਨੇ ਵਿਆਹ ਕੀਤਾ ਆਪਣੇ ਚਰਨਾਂ ਵਿੱਚ ਦੋਵਾਂ ਦਾ। ਤੇ ਮਹਾਰਾਜ ਕਹਿੰਦੇ, ਲਓ ਤੁਹਾਡੇ ਤੇ ਹੋਰ ਬਖਸ਼ਿਸ਼ ਕਰਦੇ ਆ। ਉਸ ਪ੍ਰੇਮੇ ਨੂੰ, ਮੁਰਾਰੀ ਨੂੰ ਮਹਾਰਾਜ ਜੀ ਨੇ ਸਿੱਖ ਧਰਮ ਦਾ ਪ੍ਰਚਾਰਕ ਥਾਪਿਆ, ਮੰਜੀ ਬਖਸ਼ੀ ਪ੍ਰਚਾਰਕ ਦੀ। ਤੇ ਮੱਥੋਂ ਨੂੰ ਜਿਹੜੀਆਂ ਮਾਈਆਂ ਪ੍ਰਚਾਰਕ ਥਾਪੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ, ਉਹਨੂੰ ਮਾਈਆਂ ਦਾ ਪੀੜਾ ਬਖਸ਼ਿਆ ਪ੍ਰਚਾਰਕਾਂ ਦਾ। ਦੋਵਾਂ ਨੇ ਬੜਾ ਪ੍ਰਚਾਰ ਕੀਤਾ ਸਿੱਖੀ ਦਾ, ਸਿੱਖ ਧਰਮ ਦਾ। ਤੇ ਅੱਜ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਪੰਥ ਦੇ ਅੰਦਰ, ਗੁਰੂ ਘਰ ਦੇ ਅੰਦਰ। ਐਸੇ ਸਮਰੱਥ ਸਤਿਗੁਰੂ, ਜਿਨ੍ਹਾਂ ਦੇ ਚਰਨਾਂ ਵਿੱਚ ਕੋੜੀਆਂ ਦੇ ਕੋੜ ਵੀ ਕੱਟੇ ਗਏ ਤੇ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ, ਉਹਨਾਂ ਦੀ ਵਡਿਆਈ, ਉਹਨਾਂ ਦੀ ਮਹਿਮਾ, ਉਹਨਾਂ ਦੀ ਜੈ ਜੈਕਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਿੰਦੀ ਦੁਨੀਆ ਤੱਕ ਕਰਵਾ ਦਿੱਤੀ। ਆਓ ਲੜੀਵਾਰ ਕਥਾ ਸਾਹਿਬ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਹਨ। ਨਟ ਮਹਲਾ ਪੰਜਵਾ। ਨਾਟ ਰਾਗ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਮਾਨ ਕਰਦੇ ਹਨ। ਆਪਣਾ ਜਨ ਆਪ ਹੈ, ਆਪ ਉਬਾਰਿਓ। ਆਪਣਾ ਜਨ, ਆਪਣਾ ਸੇਵਕ, ਆਪਣਾ ਦਾਸ, ਆਪਣਾ ਜਨ ਆਪੈ ਹੈ, ਆਪ ਉਧਾਰਿਓ। ਆਪ ਹੀ ਗੁਰੂ ਨੇ ਕਿਰਪਾ ਕੀਤੀ, ਆਪਣੇ ਸੇਵਕ ਦਾ ਪਾਰ ਉਤਾਰਾ ਸਤਿਗੁਰੂ ਨੇ ਆਪ ਹੀ ਕਰ ਦਿੱਤਾ।
ਜਿਵੇਂ ਪ੍ਰੇਮੇ ਕੁਸ਼ਤੀ ਦਾ ਪਾਰ ਉਤਾਰਾ ਕੀਤਾ, ਜਿਵੇਂ ਭਾਈ ਬਹਿਲੋ ਸਭ ਤੋਂ ਪਹਿਲੋ, ਜਿਵੇਂ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਮੋਹਿ ਥਾ, ਜਗ ਲੰਘਣ ਹਾਰਾ। ਸਤਿਗੁਰੂ ਜੀ ਨੇ ਆਪਣੇ ਜਨ ਨੂੰ, ਆਪਣੇ ਸੇਵਕ ਨੂੰ ਆਪ ਹੀ ਆਪਣੇ ਦਾਸ ਸੇਵਕ ਦਾ ਪਾਰ ਉਤਾਰਾ ਕੀਤਾ। ਆਠ ਪਹਿਰ ਜਨ ਕੈ ਸੰਗ ਵਸਿਓ, ਅੱਠੇ ਪਹਿਰ ਫਿਰ ਗੁਰੂ ਪਰਮੇਸ਼ਰ ਆਪਣੇ ਜਨ, ਆਪਣੇ ਸੇਵਕ ਦੇ ਨਾਲ ਵਸਦੇ ਨੇ। ਅੱਠੇ ਪਹਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸਾਹਿਬ ਕਹਿੰਦੇ ਬੁੱਢਿਆ ਤੈਥੋਂ ਓਲੇ ਨਾ ਹੋਸਾਂ। ਬਾਬਾ ਬੁੱਢਾ ਸਾਹਿਬ ਜੀ ਅਸੀਂ ਕਿਤੇ ਵੀ ਹੋਵਾਂਗੇ ਤੁਸੀਂ ਲੱਭ ਲਓਗੇ, ਕਿਉਂਕਿ ਗੁਰੂ ਨਾਨਕ ਤੁਹਾਥੋਂ ਓਲੇ ਹੋ ਹੀ ਨਹੀਂ ਸਕਦਾ। ਤੁਸੀਂ ਸਾਡੇ ਸੇਵਕ ਜੇ, ਸਾਡੇ ਦਾਸ ਜੇ, ਸਾਡੇ ਸਿੱਖ ਹੋ, ਤੁਹਾਤੋਂ ਓਲੇ ਨਹੀਂ ਹੋ ਸਕਦੇ ਅਸੀਂ। ਅੱਠੇ ਪਹਿਰ ਫਿਰ ਗੁਰੂ ਪਰਮੇਸ਼ਰ ਆਪਣੇ ਜਨ ਦੇ, ਆਪਣੇ ਸੇਵਕ ਦੇ ਨਾਲ ਹੀ ਵਸਦੇ ਹਨ। ਮਨ ਤੇ ਨਾਹੀ ਵਿਸਾਰਿਓ, ਕਦੇ ਵੀ ਗੁਰੂ ਪਰਮੇਸ਼ਰ ਜੀ ਆਪਣੇ ਮਨ ਤੋਂ ਆਪਣੇ ਸੇਵਕ ਨੂੰ, ਆਪਣੇ ਦਾਸ ਨੂੰ ਵਿਸਾਰਦੇ ਨੇ। ਭਾਵੇਂ ਗੁਰੂ ਦਾ ਸੇਵਕ ਪਾਟੇ ਕੱਪੜੇ ਪਾਈ ਤੁਰਿਆ ਫਿਰਦਾ ਹੋਵੇ, ਤੇ ਭਾਈ ਬੁੱਧੂ ਜੀ ਵੀ ਗੁਰੂ ਦੇ ਸੇਵਕ ਨੇ, ਤੇ ਭਾਈ ਲੱਖੂ ਜੀ ਵੀ ਗੁਰੂ ਦੇ ਸੇਵਕ ਨੇ। ਹੁਣ ਫਰਕ ਵੇਖੋ ਕਿਆ ਹੈ। ਬੁੱਧੂ ਕਹਿਣ ਲੱਗਾ ਮਹਾਰਾਜ ਬਹੁਤ ਕਰਜ਼ਾ ਚੁੱਕਿਆ ਹੋਇਆ ਹੈ ਤੇ ਆਵਾ ਲਾਇਆ, ਕਿਰਪਾ ਕਰੋ ਇੱਟਾਂ ਪੱਕੀਆਂ ਨਿਕਲ ਜਾਣ ਤਾਂ ਕਿ ਚੁੱਕਿਆ ਹੋਇਆ ਕਰਜ਼ਾ ਵੀ ਲੱਥ ਜਾਵੇ ਤੇ ਮੈਨੂੰ ਮੁਨਾਫਾ ਹੋਵੇ। ਸਤਿਗੁਰੂ ਕਹਿੰਦੇ ਭਾਈ ਬੁੱਧੂ ਤੂੰ ਮੇਰਾ ਸੇਵਕ ਜੇ, ਤੇ ਇੱਕ ਕੰਮ ਕਰ, ਮੇਰੇ ਸੇਵਕਾਂ ਨੂੰ, ਮੇਰੀ ਸੰਗਤ ਨੂੰ ਆਪਣੇ ਗ੍ਰਹਿ ਵਿਖੇ ਬੁਲਾ ਤੇ ਕਥਾ ਕੀਰਤਨ ਦਾ ਪ੍ਰਵਾਹ ਚਲਾ, ਗੁਰੂ ਕੇ ਲੰਗਰ ਤਿਆਰ ਕਰਵਾ ਤੇ ਪ੍ਰਸ਼ਾਦਾ ਛਕਾ ਸੰਗਤ ਨੂੰ, ਤੇ ਸੰਗਤ ਤੋਂ ਅਰਦਾਸ ਕਰਾ। ਸੰਗਤ ਦੀ ਅਰਦਾਸ ਵੱਡੀ ਹੁੰਦੀ ਹੈ ਕਿ ਗੁਰੂ ਨਾਨਕ ਕਿਰਪਾ ਕਰਨਗੇ, ਤੇਰਾ ਆਵਾ ਪੱਕਾ ਨਿਕਲੇਗਾ। ਸਤ ਬਚਨ ਮਹਾਰਾਜ। ਭਾਈ ਬੁੱਧੂ ਜੀ ਗਏ, ਸਾਰਾ ਕੁਝ ਕੀਤਾ, ਖੀਰ ਵੀ ਬਣੀ ਹੈ, ਦਾਲ ਸਬਜ਼ੀ ਬਣੀ, ਵਧੀਆ ਤਰੀਕੇ ਨਾਲ ਲੰਗਰ ਤਿਆਰ ਹੋਇਆ, ਸੰਗਤਾਂ ਛਕਿਆ। ਸੰਗਤਾਂ ਵਾਹ ਵਾਹ ਕਰ ਰਹੀਆਂ ਨੇ, ਸਤਿਗੁਰੂ ਦੀ ਅਰਦਾਸ ਹੋਣ ਲੱਗੀ ਹੈ। ਇੱਕ ਪਾਟੇ ਕੱਪੜਿਆਂ ਵਾਲਾ ਆ ਗਿਆ, ਬ੍ਰਹਮ ਗਿਆਨੀ ਸਿੱਖ, ਗੁਰੂ ਦਾ ਸੇਵਕ ਭਾਈ ਲੱਖੂ, ਲਾਹੌਰ ਦਾ ਪ੍ਰਚਾਰਕ ਬਣਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਘੱਲਿਆ ਸੀ ਭਾਈ ਲੱਖੂ ਜੀ। ਕੁਝ ਇਤਿਹਾਸਕਾਰਾਂ ਨੇ ਭਾਈ ਲੱਖੂ ਜੀ ਦਾ ਨਾਮ ਕੋਟਲੀਆ ਵੀ ਲਿਖਿਆ ਹੋਇਆ। ਪਹਿਲਾ ਜੀਵਨ ਬੜਾ ਇਹਨਾਂ ਦਾ ਉਲਝਿਆ ਹੋਇਆ ਸੀ, ਤਾਣੀ ਉਲਝੀ ਹੋਈ ਸੀ ਜੀਵਨ ਦੀ। ਪਹਿਲਾਂ ਧਾੜਵੀ ਸਨ, ਪਰ ਗੁਰੂ ਨੇ ਧਾੜਵੀ ਤੋਂ ਬ੍ਰਹਮ ਗਿਆਨੀ ਬਣਾ ਦਿੱਤੇ, ਸਮਰੱਥ ਸਤਿਗੁਰੂ ਨੇ। ਤੇ ਲਾਹੌਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਜਿਸ ਮਾਈ ਭਾਈ ਨੂੰ ਜਪਜੀ ਸਾਹਿਬ ਦੀ ਬਾਣੀ ਕੰਠ ਨਹੀਂ ਸੀ ਨਾ, ਉਹਦੇ ਹੱਥੋਂ ਲੈ ਕੇ ਕਦੇ ਰੋਟੀ ਨਹੀਂ ਸੀ ਖਾਂਦੇ, ਕਿਉਂਕਿ ਜੈਸਾ ਅੰਨ ਤੈਸਾ ਮਨ। ਜੇ ਬਾਣੀ ਪੜ੍ਹ ਕੇ ਪ੍ਰਸ਼ਾਦਾ ਤਿਆਰ ਹੋਵੇਗਾ, ਛਕਣ ਵਾਲਾ ਵੀ ਬਾਣੀ ਪੜੂ, ਤੇ ਜੇ ਆਮ ਦੁਨਿਆਵੀ ਗੱਲਾਂ ਕਰਕੇ ਰੋਟੀ ਤਿਆਰ ਹੋਊ, ਚੁਗਲੀਆਂ ਕਰਕੇ, ਨਿੰਦਿਆ ਕਰਕੇ, ਤੇ ਛਕਣ ਵਾਲੇ ਨੇ ਵੀ ਫਿਰ ਨਿੰਦਿਆ ਚੁਗਲੀ ਕਰਨੀ, ਉਹਨੇ ਕਿਹੜਾ ਜਨਮ ਸਾਖੀ ਪੜ੍ਹਨੀ ਹੈ। ਫਿਰ ਜੈਸਾ ਅੰਨ ਤੈਸਾ ਮਨ। ਇਸੇ ਲਈ ਗੁਰੂ ਕੇ ਲੰਗਰਾਂ ਦੇ ਵਿੱਚ ਜਦੋਂ ਤਵੀ ਤੇ ਮਾਈਆਂ ਪ੍ਰਸ਼ਾਦੇ ਬਣਾਉਂਦੀਆਂ,
ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ, ਕਿਉਂਕਿ ਸਤਿਗੁਰੂ ਦਾ ਹੁਕਮ ਹੈ। ਤੇ ਭਾਈ ਲੱਖੂ ਜੀ ਕਹਿਣ ਲੱਗੇ, ਬੁੱਧੂ ਭੁੱਖ ਲੱਗੀ ਹੈ ਵੀ ਪ੍ਰਸ਼ਾਦਾ ਛਕਾ। ਕਹਿੰਦਾ ਬਾਪ ਪਰੇ ਹਟ ਤੂੰ, ਹੁਣ ਲੰਗਰ ਮੁੱਕ ਗਿਆ। ਕਹਿੰਦਾ ਪਹਿਲਾਂ ਆਉਂਦਾ ਤੈਨੂੰ ਲੰਗਰ ਛਕਾਉਂਦੇ। ਸੰਗਤ ਕਹਿੰਦੀ ਮਹਾਰਾਜ ਤੁਹਾਡੇ ਸੇਵਕ ਭਾਈ ਬੁੱਧੂ ਜੀ ਨੇ ਤੁਹਾਡੇ ਚਰਨਾਂ ਦਾ ਉਲਟਾ ਆਸਰਾ ਲੈਂਦੇ ਆ। ਤੁਹਾਡੀ ਸੰਗਤ ਦੇ ਚਰਨ ਆਪਣੇ ਗ੍ਰਹਿ ਵਿਖੇ ਪੁਆਏ ਤੇ ਤੁਹਾਡੇ ਸ਼ਬਦ ਬਾਣੀ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਗੁਰੂ ਕੇ ਲੰਗਰ ਤਿਆਰ ਹੋਏ, ਤੁਹਾਡੀਆਂ ਸੰਗਤਾਂ ਨੇ ਛਕਿਆ, ਤ੍ਰਿਪਤ ਹੋਈਆਂ। ਤੇ ਮਹਾਰਾਜ ਹੁਣ ਸੰਗਤ ਅਰਦਾਸ ਕਰਦੀ ਹੈ, ਕਰੋ ਕਿਰਪਾ ਆਪਣੇ ਸੇਵਕ ਤੇ ਬੁੱਧੂ ਦਾ ਵਾ ਪੱਕਾ ਨਿਕਲੇ। ਤੇ ਬਾਹਰ ਖਲੋਤਾ ਉਹ ਬ੍ਰਹਮ ਗਿਆਨੀ ਸੇਵਕ ਗੁਰੂ ਅਰਜਨ ਦੇਵ ਸਾਹਿਬ ਦਾ ਕਹਿੰਦੇ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ। ਤੇ ਭਾਈ ਬੁੱਧੂ ਜੀ ਗੁੱਸੇ ਵਿੱਚ ਆਏ, ਕਹਿੰਦਾ ਤੂੰ ਪੜਾ ਗਿਆ ਤਕੜਾ, ਉਹ ਸੰਗਤ ਅਰਦਾਸ ਕਰਦੀ ਹੈ, ਤੂੰ ਕਿਉਂ ਕੌਣ ਹੈ ਤੇ ਬੜਾ ਖੱਬੀ ਖਾਨ ਹੈ ਤੂੰ। ਤੇ ਭਾਈ ਲੱਖੂ ਜੀ ਕਹਿੰਦੇ ਹਮ ਵੀ ਹੈ ਗੁਰ ਸਿੱਖ ਮਹਾਨੇ। ਉਹ ਜਿਹੜੇ ਗੁਰੂ ਦਾ ਸਿੱਖ ਤੂੰ ਹੈ, ਉਸੇ ਗੁਰੂ ਦਾ ਸਿੱਖ ਮੈਂ। ਵੇਖ ਲਈ ਜਾ ਕੇ, ਖੋਲੀ ਜਾ ਕੇ ਮੂਰੀ, ਕੱਚੀਆਂ ਪਿੱਲੀਆਂ ਨਿਕਲਣਗੀਆਂ, ਪੱਕੀਆਂ ਨਹੀਂ। ਤੇ ਭਾਈ ਲੱਖੂ ਜੀ ਚਲੇ ਗਏ। ਆਵੇ ਦੀ ਮੋਹਰੀ ਖੋਲੀ, ਏਡਾਂ ਕੱਚੀਆਂ ਪਿੱਲੀਆਂ, ਮਾਰਿਆ ਮੱਥੇ ਤੇ ਹੱਥ, ਇਹ ਲਾ ਗਿਆ ਰਗੜਾ। ਉਹ ਪਾਟੇ ਕੱਪੜਿਆਂ ਵਾਲਾ, ਮੈਂ ਤੇ ਐਵੇਂ ਸਮਝਿਆ ਸੀ ਉਹ ਤੇ ਕੋਈ ਪੂਰਨ ਪੁਰਸ਼ ਸੀ। ਭਾਈ ਬੁੱਧੂ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਵਾਪਸ ਆਏ ਅੰਮ੍ਰਿਤਸਰ ਸਾਹਿਬ ਲਾਹੌਰ ਤੋਂ। ਕਹਿੰਦੇ ਮਹਾਰਾਜ ਇਹ ਕੀ ਭਾਣਾ ਵਰਤ ਗਿਆ। ਸਾਹਿਬ ਕਹਿੰਦੇ ਕੀ ਹੋਇਆ। ਆਖਿਆ ਜੀ ਤੁਸੀਂ ਬਚਨ ਕਰੋ ਬਈ ਬੁੱਧੂ ਤੇਰਾ ਆਵਾ ਪੱਕਾ ਨਿਕਲੇਗਾ ਤੇ ਸੰਗਤ ਨੂੰ ਤੁਸਾਂ ਵੱਡਾ ਦਰਜਾ ਦਿੱਤਾ ਹੈ। ਤੁਹਾਡੀ ਸੰਗਤ ਅਰਦਾਸ ਕਰੇ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰੀ, ਬੁੱਧੂ ਦਾ ਆਵਾ ਪੱਕਾ ਨਿਕਲੇ। ਤੇ ਬਾਹਰ ਪਾਟੇ ਕੱਪੜਿਆਂ ਵਾਲਾ ਇੱਕ ਉਹ ਲਿਬੜਿਆ ਤਿਬੜਿਆ, ਉਹ ਕਹੇ ਵੀ ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ। ਉਹਦੇ ਰਗੜ ਗਿਆ। ਸਤਿਗੁਰੂ ਤੁਹਾਡਾ ਬਚਨ ਵੀ ਕੱਟਿਆ ਗਿਆ, ਸੰਗਤ ਦਾ ਬਚਨ ਵੀ ਕੱਟਿਆ ਗਿਆ, ਐਡਾ ਕਿਹੜਾ ਸਮਰੱਥ ਆ ਗਿਆ। ਉਹ ਮਹਾਰਾਜ ਸਾਹਿਬ ਮੁਸਕਰਾਏ, ਕਹਿਣ ਲੱਗੇ ਤੇ ਇੱਥੋਂ ਕੋਈ ਗਲਤੀ ਹੋਈ। ਆਖਿਆ ਜੀ ਕੋਈ ਨਹੀਂ ਹੋਈ। ਮਹਾਰਾਜ ਕਹਿੰਦੇ ਲੰਗਰ ਛਕਾਇਆ ਸੀ ਸਾਰਿਆਂ ਨੂੰ। ਆਖਿਆ ਜੀ ਬਿਲਕੁਲ। ਸਤਿਗੁਰੂ ਕਹਿੰਦੇ ਕੋਈ ਖਾਲੀ ਤੇ ਨਹੀਂ ਗਿਆ। ਆਖਿਆ ਮਹਾਰਾਜ ਉਹੀ ਜਿਹੜਾ ਰਗੜਾ ਮਾਰ ਗਿਆ ਉਹਨੂੰ ਨਹੀਂ ਦਿੱਤਾ ਮੈਂ ਲੰਗਰ। ਮਹਾਰਾਜ ਕਹਿੰਦੇ ਬਸ ਫਿਰ ਕਹਾਣੀ ਤੇ ਇੱਥੇ ਹੀ ਵਿਗੜਦੀ ਹੈ ਨਾ। ਤੂੰ ਭਰਮ ਗਿਆ ਉਹਦੇ ਪਾਟੇ ਕੱਪੜੇ ਵੇਖ ਕੇ। ਉਹ ਮੇਰਾ ਲਿਵ ਵਾਲਾ ਸਿੱਖ ਹੈ, 8 ਪਹਿਰ ਮੈਂ ਉਹਦੇ ਨਾਲ ਰਹਿਣਾ। ਉਹਦੀ ਰਸਨਾ ਤੇ ਗੁਰੂ ਅਰਜਨ ਦੇਵ ਬੈਠੇ ਨੇ ਤੇ ਲੰਗਰ ਉਹਨੇ ਨਹੀਂ ਸੀ ਮੰਗਿਆ, ਲੰਗਰ ਅਸਾਂ ਮੰਗਿਆ ਸੀ। ਉਹਦੇ ਵਿੱਚ ਪ੍ਰਵੇਸ਼ ਕਰਕੇ ਪਰ ਤੂੰ ਭਰਮ ਗਿਆ। ਬੁੱਧੂ ਜਾ, ਸੰਗਤ ਦੀ ਸੇਵਾ ਕੀਤੀ ਹੈ ਤੂੰ, ਹੁਣ ਤੇਰੀਆਂ ਰਹਿਣਗੀਆਂ ਤੇ ਕੱਚੀਆਂ ਪਿੱਲੀਆਂ, ਪਰ ਪੱਕੀਆਂ ਦੇ ਭਾਅ ਵਿਕ ਜਾਣਗੀਆਂ। ਜਾ ਤੈਨੂੰ ਬਚਨ ਕਰਦੇ ਆ। ਫਿਰ ਉਹ ਕੱਚੀਆਂ ਪੱਕੀਆਂ ਪਿੱਲੀਆਂ ਹੀ ਪੱਕੀਆਂ ਦੇ ਭਾਅ ਵਿਕੀਆਂ ਸਨ। ਭਾਈ ਬੁੱਧੂ ਜੀ ਦੀਆਂ ਇੱਟਾਂ, ਕਿਉਂਕਿ ਸ਼ਾਹੀ ਕਿਲੇ ਦੀ ਕੰਧ ਟੱਟ ਗਈ ਸੀ ਤੇ ਕਿਤੋਂ ਇੱਟਾਂ ਨਾ ਮਿਲਣ, ਤੇ ਫਿਰ ਉਹ ਕੱਚੀਆਂ ਪਿੱਲੀਆਂ ਹੀ ਪੱਕੀਆਂ ਦੇ ਭਾਅ ਵਿਕੀਆਂ। ਇਹਨੂੰ ਕਹਿੰਦੇ ਨੇ 8 ਪਹਿਰ। ਗੁਰੂ ਪਰਮੇਸ਼ਰ ਆਪਣੇ ਸੇਵਕ ਦੇ ਅੰਗ ਸੰਗ ਰਹਿੰਦੇ ਹਨ ਤੇ ਕਦੇ ਆਪਣੇ ਮਨੋਂ ਆਪਣੇ ਸੇਵਕ ਨੂੰ ਫਿਰ ਗੁਰੂ ਪਰਮੇਸ਼ਰ ਭੁਲਾਉਂਦੇ ਨਹੀਂ, ਵਿਸਾਰਦੇ ਨਹੀਂ। ਰਹਾਓ ਦੀ ਪੰਕਤੀ ਤੋਂ ਬਾਅਦ
ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਅੱਗੋਂ ਸਮਝਾਉਂਦੇ ਹਨ। ਵਰਨ ਚਿਹਨ ਨਾਹੀ ਕਿਸ ਵੇਖਿਓ। ਕੁਝ ਨਹੀਂ ਵੇਖਿਆ ਗੁਰੂ ਨੇ ਆਪਣੇ ਸੇਵਕ ਦਾ, ਨਾ ਉਹਦਾ ਵਰਣ ਵੇਖਿਆ, ਨਾ ਉਹਦਾ ਚਿਹਨ ਵੇਖਿਆ, ਨਾ ਰੰਗ ਵੇਖਿਆ, ਨਾ ਰੂਪ ਵੇਖਿਆ, ਨਾ ਗੋਤ ਵੇਖਿਆ, ਨਾ ਜਾਤ ਵੇਖੀ। ਇਹ ਤੇ ਅਸੀਂ ਤੁਸੀਂ ਵੇਖਦੇ ਆ, ਰਿਸ਼ਤਾ ਕਰਨਾ ਹੋਵੇ ਫਿਰ ਸਾਰਾ ਕੁਝ ਵੇਖੀਦਾ, ਪਰ ਗੁਰੂ ਨੇ ਰਿਸ਼ਤਾ ਥੋੜੀ ਕਰਨਾ, ਵਿਆਹ ਥੋੜੀ ਕਰਨਾ ਕਿਸੇ ਦਾ ਜਿਹੜਾ ਸਾਰਾ ਕੁਝ ਵੇਖੂ। ਗੁਰੂ ਨਹੀਂ ਜੇ ਵੇਖਦਾ, ਕੁਛ ਨਹੀਂ ਵੇਖਿਆ ਆਪਣੇ ਸੇਵਕ ਦਾ, ਨਾ ਰੂਪ, ਨਾ ਰੰਗ, ਨਾ ਜਾਤ, ਨਾ ਗੋਤ। ਦਾਸ ਕਾ ਕੁਲ ਨਾ ਵਿਚਾਰਿਓ। ਕੁੱਲ ਵੀ ਨਹੀਂ ਵਿਚਾਰੀ ਵੀ ਕਿਹੜੀ ਕੁੱਲ ਵਿੱਚੋਂ ਹੈ, ਤੂੰ ਉੱਚੀ ਕੁੱਲ ਵਿੱਚੋਂ ਹੈ ਕਿ ਨੀਵੀਂ ਕੁੱਲ ਵਿੱਚੋਂ ਹੈ, ਨਾ ਕੁੱਲ ਵੀ ਨਹੀਂ ਪਰਖੀ। ਗੁਰੂ ਨੇ ਆਪਣੇ ਸੇਵਕ ਦੀ, ਪ੍ਰਭੂ ਨੇ ਆਪਣੇ ਸੇਵਕ ਦੀ ਕਰ ਕਿਰਪਾ ਨਾਮ ਹਰ ਦਿਓ। ਬਸ ਕਿਰਪਾ ਕਰਤੀ ਤੇ ਆਪਣਾ ਨਾਮ ਗੁਰੂ ਪਰਮੇਸ਼ਰ ਨੇ ਆਪਣੇ ਸੇਵਕ ਦੀ ਝੋਲੀ ਵਿੱਚ ਬਖਸ਼ ਦਿੱਤਾ। ਹਿਰਦੇ ਰੂਪੀ ਝੋਲੀ ਵਿੱਚ, ਸੇਵਕ ਦੇ ਮੁਖ ਵਿੱਚ ਗੁਰੂ ਨੇ ਆਪਣਾ ਨਾਮ ਬਖਸ਼ ਦਿੱਤਾ। ਤੇ ਗੁਰੂ ਕਹਿੰਦਾ ਲੈ ਹੁਣ ਜਪ ਵਾਹੇ ਗੁਰੂ, 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 ਵਾਹੇ ਗੁਰੂ। ਸਹਿਜ ਸੁਭਾਏ ਸਵਾਰਿਓ। ਸਹਿਜ ਸੁਭਾਏ ਸੁਤੇ ਸਿੱਧ ਤੇ ਬੜੀ ਭਾਵਨਾ, ਬੜੇ ਪ੍ਰੇਮ ਸਹਿਤ ਫਿਰ ਗੁਰੂ ਪਰਮੇਸ਼ਰ ਨੇ ਆਪਣੇ ਸੇਵਕ ਦਾ ਜੀਵਨ ਸਵਾਰ ਦਿੱਤਾ। ਮਹਾ ਵਿਖਮ ਅਗਨ ਕਾ ਸਾਗਰ। ਬੜਾ ਕਠਨ ਹੈ ਇਹ ਅੱਗ ਦਾ ਸਮੁੰਦਰ, ਇਹ ਸੰਸਾਰ ਸਮੁੰਦਰ, ਇਹ ਅੱਗ ਦਾ ਘਰ ਹੈ, ਅਗਨੀ ਦਾ ਸਾਗਰ ਹੈ ਵੱਡਾ। ਤਿਸ ਤੇ ਪਾਰ ਉਤਾਰਿਓ। ਸੇਕ ਵੀ ਨਹੀਂ ਲੱਗਣ ਦਿੱਤਾ, ਤਤੀ ਵਾਹ ਵੀ ਨਹੀਂ ਲੱਗਣ ਦਿੱਤੀ। ਇਸ ਅਗਨੀ ਦੇ ਸਾਗਰ ਸੰਸਾਰ ਦੇ ਝਮੇਲਿਆਂ ਦੀ, ਤੇ ਗੁਰੂ ਪਰਮੇਸ਼ਰ ਨੇ ਆਪਣੇ ਸੇਵਕ ਨੂੰ ਇਸ ਅੱਗ ਦੇ ਸਮੁੰਦਰ ਸੰਸਾਰ ਤੋਂ ਪਾਰ ਉਤਾਰ ਦਿੱਤਾ। ਵੇਖ ਵੇਖ ਨਾਨਕ ਬਿਗਸਾਨੋ। ਵੇਖ ਵੇਖ ਕੇ ਜਿਵੇਂ ਮਾਂ ਬਾਪ ਔਲਾਦ ਨੂੰ ਵੇਖ ਕੇ ਖੁਸ਼ ਹੁੰਦੇ ਨੇ ਨਾ, ਉਹੀ ਖੁਸ਼ ਹੋਈ ਜਾਂਦੇ ਨੇ। ਇਸੇ ਤਰ੍ਹਾਂ ਗੁਰੂ ਪਰਮੇਸ਼ਰ ਆਪਣੇ ਸੇਵਕ ਨੂੰ ਵੇਖ ਵੇਖ ਕੇ ਹੀ ਪ੍ਰਸੰਨ ਹੁੰਦੇ ਹਨ। ਪੁਨ ਹੈ ਬਲਿਹਾਰਿਓ। ਤੇ ਮੁੜ ਮੁੜ ਕੇ ਕੁਰਬਾਨ ਜਾਂਦੇ ਨੇ। ਗੁਰੂ ਪਰਮੇਸ਼ਰ ਆਪਣੇ ਸੇਵਕ ਤੋਂ, ਤੇ ਸੇਵਕ ਵੀ ਕੁਰਬਾਨ ਜਾਂਦਾ ਫਿਰ ਦਮ ਦਮ ਆਪਣੇ ਸਤਿਗੁਰੂ ਤੋਂ, ਆਪਣੇ ਸਾਈਂ ਤੋਂ, ਵਾਹਿਗੁਰੂ ਜੀ ਤੋਂ। ਨਟ ਮਹਲਾ ਪੰਜਵਾ। ਨਾਟ ਰਾਗ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਹਰ ਹਰ ਮਨ ਮਹਿ ਨਾਮ
ਨਾਮ ਕਹਿਓ। ਹਰ ਹਰ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਕਿਹਾ, ਉਚਾਰਨ ਕੀਤਾ। ਓਟ ਅਪਰਾਧ ਮਿਟੈ ਜਿਨ ਭੀਤਰ। ਜਿਸ ਨੇ ਵੀ ਕਿਹਾ ਆਪਣੇ ਮਨ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ, ਜਿਸ ਨੇ ਵੀ ਆਪਣੇ ਮਨ ਦੇ ਅੰਦਰ ਉਚਾਰਨ ਕੀਤਾ, ਕਰੋੜਾਂ ਹੀ ਅਪਰਾਧ, ਕਰੋੜਾਂ ਹੀ ਗੁਨਾਹ ਉਹਦੇ ਵਾਹਿਗੁਰੂ ਜੀ ਨੇ ਇੱਕ ਖਿਣ ਵਿੱਚ ਨਾਸ਼ ਕਰ ਦਿੱਤੇ। ਆਪਾ ਦੁਖ ਨਾ ਰਹਿਓ। ਫਿਰ ਉਹਦਾ ਕੋਈ ਦੁੱਖ ਹੀ ਨਾ ਰਿਹਾ ਜਿਹਨੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਮਨ ਵਿੱਚ ਆਖਿਆ, ਮਨ ਕਰਕੇ ਜਿਹਨੇ ਜਪਿਆ ਵਾਹਿਗੁਰੂ 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 ਵਾਹਿਗੁਰੂ। ਦੇਖਣ ਨੂੰ ਅੱਖਰ 4 ਨੇ, ਪਰ ਬਹੁਤ ਕੁਛ ਹੈ ਇਹਦੇ ਚ। ਕਹਿਣ ਤੋਂ ਪਰੇ ਹੈ, ਕਥਨ ਤੋਂ ਪਰੇ ਹੈ। ਐਡੀ ਕਲਾ, ਇਤਨੀ ਬਖਸ਼ਿਸ਼, ਇਤਨੀ ਰਹਿਮਤ ਰੱਬ ਦੇ ਨਾਮ ਵਿੱਚ ਹੈ, ਕੋਈ ਨਹੀਂ ਕਥਨ ਕਰ ਸਕਦਾ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੋਂ ਸਮਝਾਉਂਦੇ ਹਨ। ਭੋਜਤ ਭੋਜਤ ਭਇਓ ਬੈਰਾਗੀ। ਕਲਾ ਕੀ ਹੈ? ਜਿਹੜਾ ਨੀਚ ਸੀ, ਜਿਹਨੂੰ ਕੋਈ ਨਹੀਂ ਸੀ ਪੁੱਛਦਾ, ਕੋਈ ਨਹੀਂ ਸੀ ਜਾਣਦਾ ਵੀ ਇਹ ਵੀ ਕੁਝ ਹੈ, ਉਹਨੂੰ ਚਾਰੇ ਕੁੰਟਾਂ ਦੇ ਲੋਕ ਮੰਨਣ ਲੱਗ ਗਏ। ਬਾਬਾ ਜੀ ਬਾਬਾ ਜੀ, ਦੁਨੀਆ ਦੇ ਪੈਰਾਂ ਤੇ ਮੱਥੇ ਟੇਕਣ ਲੱਗ ਗਏ। ਕਲਾ ਨਹੀਂ ਤੇ ਹੋਰ ਕੀ ਹੈ ਬਈ, ਰੱਬ ਦੇ ਨਾਮ ਦੀ। ਜਿਸ ਨੀਚ ਕੋ ਕੋਏ ਨਾ ਜਾਣੈ, ਨਾਮ ਜਪਤ ਉਹ ਚੌਹ ਕੁੰਟ ਮਾਨੈ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਜਾ ਕੇ ਨਿਕਟ ਨਾ ਆਵਤ ਕੋਈ, ਜਿਹਦੇ ਨੇੜੇ ਕੋਈ ਢੁਕਦਾ ਹੀ ਨਹੀਂ ਸੀ, ਹਾਕਾ ਹੀ ਮਾਰਦਾ ਰਹਿ ਜਾਂਦੀ। ਗੱਲ ਸੁਣੋ, ਕੋਈ ਨਹੀਂ ਸੀ ਪੁੱਛਦਾ, ਰੁਲਦਾ ਫਿਰਦਾ ਸੀ ਜਿਹੜਾ ਜੀਵ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਾ ਕੇ ਨਿਕਟ ਨਾ ਆਵਤ ਕੋਈ, ਜਾ ਕੇ ਨਿਕਟ ਨਾ ਆਵੇ ਕੋਈ। ਸਗਲ ਸ੍ਰਿਸ਼ਟ ਸਾਰੀ ਸ੍ਰਿਸ਼ਟੀ ਉਹਦੇ ਪੈਰ ਧੋਣ ਲੱਗ ਗਈ। ਕਿਰਪਾ ਨਹੀਂ ਤੇ ਹੋਰ ਕੀ ਹੈ? ਹੋਰ ਕੁਝ ਵੇਖਣਾ ਤੁਸਾਂ? ਕੋਈ ਨਾਮ ਵਿੱਚ ਤਾਕਤ ਕੇ ਹੈ। ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਉਹ ਆ ਕੇ ਚਰਨ ਮਲ ਧੋਈ। ਜੋ ਪ੍ਰਾਨੀ ਕਾਹੂ ਨਾ ਆਵਤ ਕਾਮ। ਜਿਹੜਾ ਕਿ ਨਿਕੰਮਾ ਪਰੇ ਕਰੋ ਇਹ ਤੋਂ ਕੀ ਹੋਣਾ ਹੈ? ਉਸ ਨਿਕੰਮੇ ਨੂੰ ਕੰਮ ਜੋਗਾ ਬਣਾ ਦਿੱਤਾ। ਵਾਹਿਗੁਰੂ ਜੀ ਦੇ ਸਿਮਰਨ ਨੇ, ਪ੍ਰਭੂ ਦੇ ਨਾਮ ਨੇ ਪੰਕਤੀ ਦੁਆਰਾ ਜੀ। ਖੋਜਤ ਖੋਜਤ ਭਇਓ ਬੈਰਾਗੀ। ਖੋਜਤ ਖੋਜਤ ਢੂੰਡਦਿਆਂ ਢੂੰਡਦਿਆਂ, ਲੱਭਦਿਆਂ ਲੱਭਦਿਆਂ ਉਸ ਵਾਹਿਗੁਰੂ ਜੀ ਨੂੰ ਬੈਰਾਗੀ ਹੋਇਆ। ਇਹ ਜੀਵ ਦੀਵਾਨਾ ਹੋਇਆ, ਮਸਤਾਨਾ ਹੋਇਆ, ਮਤਵਾਲਾ ਹੋਇਆ। ਸਾਧੂ ਸੰਗ ਲਹਿਓ। ਬਸ ਲੱਭਿਆ ਨਹੀਂ ਕਿਤੋਂ,
ਤੇ ਲੱਭਿਆ ਪਤਾ ਕਿ ਮੈਂ ਸਾਧੂ ਸੰਗ ਲਹਿਓ, ਸਾਧੂ ਦੀ ਸੰਗਤ ਵਿੱਚੋਂ ਲੱਭਿਆ, ਗੁਰੂ ਦੀ ਸੰਗਤ ਵਿੱਚੋਂ ਲੱਭਿਆ, ਜਿਹਨੂੰ ਲੱਭਦਾ ਲੱਭਦਾ ਬੈਰਾਗੀ ਹੋਇਆ ਸੀ। ਇਹ ਜੀਵ ਸਾਗਲ ਤਿਆਗ ਏਕ ਲਿਵ ਲਾਗੀ, ਸਾਰਾ ਕੁਝ ਛੱਡਤਾ, ਇੱਕ ਦੇ ਚਰਨਾਂ ਵਿੱਚ ਫਿਰ ਧਿਆਨ ਜੁੜ ਗਿਆ, ਲਿਵ ਜੁੜ ਗਈ। ਹਰ ਹਰ ਚਰਨ ਗਹਿਓ, ਤੇ ਵਾਹਿਗੁਰੂ ਜੀ ਦੇ ਚਰਨ ਘੁੱਟ ਕੇ ਪਕੜ ਲਏ। ਨਾਮ ਜਪਣ ਵਾਲੇ ਨੇ, ਵਾਹਿਗੁਰੂ ਜੀ ਦੇ ਭਗਤ ਨੇ, ਗੁਰਮੁਖ ਨੇ, ਸੰਤ ਨੇ, ਸੇਵਕ ਨੇ, ਦਾਸ ਨੇ। ਕਹਿਤ ਮੁਕਤ ਸੁਣਤੇ ਨਿਸਤਾਰੇ, ਕਹਿਤ ਮੁਕਤ, ਤੇ ਵਾਹਿਗੁਰੂ ਜੀ ਦੇ ਨਾਮ ਨੂੰ ਕਹਿਣ ਵਾਲੇ ਮੁਕਤ ਹੋ ਗਏ। ਤੇ ਜਿਨ੍ਹਾਂ ਨੇ ਸੁਣਿਆ ਵਾਹਿਗੁਰੂ ਜੀ ਦੇ ਜਸ ਨੂੰ, ਨਾਮ ਨੂੰ, ਸਿਫਤ ਸਲਾਹ ਨੂੰ, ਉਹ ਵੀ ਵਾਹਿਗੁਰੂ ਜੀ ਨੇ ਪਾਰ ਲੰਘਾਤੇ ਇਸ ਭਵ ਸਾਗਰ ਤੋਂ। ਜੋ ਜੋ ਸਰਨ ਪਇਓ, ਜਿਹੜਾ ਜਿਹੜਾ ਵੀ ਸ਼ਰਨ ਵਿੱਚ ਪਿਆ ਗੁਰੂ ਪਰਮੇਸ਼ਰ ਦੀ, ਤੇ ਜਿਸ ਜਿਸ ਨੇ ਵੀ ਉਹਦੇ ਨਾਮ ਨੂੰ ਉਚਾਰਨ ਕੀਤਾ, ਜਿਸ ਜਿਸ ਨੇ ਸੁਣਿਆ ਉਸ ਮਾਲਕ ਦੀ ਸਿਫਤ ਸਲਾਹ ਨੂੰ, ਗੁਰੂ ਕੀ ਬਾਣੀ ਨੂੰ, ਗੁਰੂ ਪਰਮੇਸ਼ਰ ਨੇ ਕਹਿਣ ਵਾਲੇ ਤੇ ਸੁਣਨ ਵਾਲੇ ਸਰੋਤਾ ਤੇ ਵਕਤਾ ਦੋਵੇਂ ਪਾਰ ਲੰਘਾ ਦਿੱਤੇ ਇਸ ਭਵ ਸਾਗਰ ਤੋਂ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੋ